जी का खालसा वाहिगुरु जी की फतेह। मैं नवदीप कौर ते आप सब संगतां दा स्वागत है विरसा चैनल ते। विरसा चैनल एक इहो जिहा चैनल है जिथे आप सब अलग अलग प्रकार दी अलग अलग विषयां ते वीडियोस देखते रहंदे हो ते साडी हमेशा ही कोशिश रहंदी है कि अपने हर जिहड़े सिख पंथ दे उभरदे सितारे ने उन्हां नूं आप जियां दे सामने रूबरू कराया जावे। ते सिख पंथ एक इहो जिहा पंथ है जिथे जो जो धार्मिक हुक्म एक पुरुष नूं करन दे हक ने ओही साडी बीबियां नूं भी ने ते साडी बीबियां भी दुनियावी पद्धर ते भी अवल आ रही ने ते साडी कौम नूं बड़ा ही माण है उन्हां बीबियां ते। ਅਸੀਂ ਹੁਣ ਤੋਂ ਕੋਸ਼ਿਸ਼ ਕਰਾਂਗੇ ਆਪਣੇ ਵਿਰਸਾ ਚੈਨਲ ਦੇ ਰਾਹੀਂ ਕਿ ਉਹਨਾਂ ਬੀਬੀਆਂ ਨੂੰ ਉਹਨਾਂ ਬੱਚਿਆਂ ਨੂੰ ਉਹਨਾਂ ਮਾਤਾਵਾਂ ਨੂੰ ਤੁਹਾਡੇ ਸਾਹਮਣੇ ਰੂਬਰੂ ਕਰਾਈਏ ਜੋ ਸਾਡੇ ਪੰਥ ਦਾ ਨਾਮ ਵੱਖ-ਵੱਖ ਪੱਧਰਾਂ ਤੇ ਸਾਡੇ ਧਰਮ ਦਾ ਨਾਮ ਰੋਸ਼ਨ ਕਰ ਰਹੇ ਨੇ। ਤੇ ਇਸੇ ਕਰਕੇ ਵਿਰਸਾ ਚੈਨਲ ਤੁਹਾਡੇ ਲਈ ਇੱਕ ਖਾਸ ਪ੍ਰੋਗਰਾਮ ਲੈ ਕੇ ਆਇਆ ਹੈ ਜਿਹਦਾ ਨਾਮ ਹੈ ਕੋਰ ਸਪੀਕਸ, ਜਿੱਥੇ ਹੁਣ ਤੋਂ ਤੁਹਾਨੂੰ ਨਵੇਂ-ਨਵੇਂ ਵੀਡੀਓਜ਼ ਮਿਲਣਗੇ ਜਿੱਥੇ ਬੀਬੀਆਂ ਲਈ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਹੋਏਗੀ ਜਿਹੜੇ ਸਾਡੇ ਪੰਥ ਦਾ ਨਾਮ ਅਲੱਗ-ਅਲੱਗ ਪੱਧਰਾਂ ਤੇ ਰੋਸ਼ਨ ਕਰ ਰਹੇ ਨੇ। ਤੇ ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਹੀ ਪਸੰਦ ਆਏਗਾ ਕਿ ਇਸੇ ਚੀਜ਼ ਦੇ ਨਾਲ ਸਾਡੇ ਜਿਹੜਾ ਪਹਿਲਾ ਮਹਿਮਾਨ ਹੈ ਉਹ ਨੇ ਸ੍ਰੀਨਗਰ ਤੋਂ ਨੰਦੀਪ ਕੌਰ ਜੀ, ਜਿਨ੍ਹਾਂ ਨੇ ਹਾਲ ਹੀ ਵਿੱਚ ਹੋਏ ਐਗਜ਼ਾਮਸ ਜਿਹੜੇ ਹੋਏ ਨੇ 12th ਕਲਾਸ ਦੇ ਉਹਦੇ ਵਿੱਚ ਪੂਰੇ ਡਿਵੀਜ਼ਨ ਵਿੱਚ 7th ਪੋਜੀਸ਼ਨ ਲੈ ਆਈ ਹੈ। ਤੇ ਵੈਸੇ ਤਾਂ ਵਿਰਸਾ ਚੈਨਲ ਕਸ਼ਮੀਰੀ ਸਿੱਖਾਂ ਨੂੰ ਮੁੱਖ ਰੱਖਦੇ ਹੀ ਬਣਾਇਆ ਗਿਆ ਹੈ ਤਾਂ ਕਰਕੇ ਸਾਡੇ ਪਹਿਲੇ ਮਹਿਮਾਨ ਨੇ ਵੀ ਸ੍ਰੀਨਗਰ ਤੋਂ ਨੇ। ਤੇ ਆਓ ਸਾਰੇ ਮਿਲ ਕੇ ਇਹਨਾਂ ਦਾ ਸਵਾਗਤ ਕਰਦੇ ਹਾਂ। ਨੰਦੀਪ ਕੌਰ ਜੀ, ਅਸੀਂ ਆਪ ਦਾ ਸਵਾਗਤ ਕਰਦੇ ਹਾਂ ਵਿਰਸਾ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੰਦੀਪ ਕੌਰ ਜੀ, ਵੈਸੇ ਤਾਂ ਮੈਂ ਤੁਹਾਡੇ ਬਾਰੇ ਥੋੜਾ ਬਹੁਤਾ ਆਪ ਦੱਸਦਾ ਕਿ ਹਾਲੇ ਵੀ ਜਿਹੜੇ ਐਗਜ਼ਾਮਸ ਹੋਏ ਨੇ ਕਸ਼ਮੀਰ ਵਿੱਚ 12ਵੀਂ ਜਮਾਤ ਦੇ ਉਹਦੇ ਵਿੱਚ ਜਿਹੜੇ ਨੰਦੀਪ ਕੌਰ ਜੀ ਨੇ ਉਹਨਾਂ ਦੀ 7th ਪੋਜੀਸ਼ਨ ਹੈ ਪੂਰੀ ਡਿਵੀਜ਼ਨ ਵਿੱਚ। ਤੇ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਬਹੁਤ ਹੀ ਮੁਬਾਰਕਬਾਦ ਸਾਡੇ ਪੰਥ ਨੂੰ ਵੀ ਤੇ ਨੰਦੀਪ ਕੌਰ ਜੀ ਨੂੰ ਵੀ। ਤੇ ਹੁਣ ਨੰਦੀਪ ਕੌਰ ਜੀ ਤੁਸੀਂ ਥੋੜਾ ਬਹੁਤਾ ਇੰਟਰੋ ਆਪਣਾ ਦੇ ਦਿਓ ਕਿ ਕਿੱਥੇ ਰਹਿੰਦੇ ਹੋ ਤੇ ਤੁਹਾਡੇ ਕੀ ਸਟਰੀਮ ਹੈ ਤੁਹਾਡੀ ਐਂਡ ਆਲ ਉਹ ਤੁਸੀਂ ਆਪ ਸੰਗਤ ਸਾਹਮਣੇ ਦੱਸ ਦਿਓ। मेरा नाम नानदीप कौर है। बेसिकली मैं बडगाम की रहने वाली हूँ बट प्रेजेंटली अलीबाग में रह रही हूँ। परसों हमारा 12th क्लास के रिजल्ट्स डिक्लेयर हुए, इसमें मेरे 493 मार्क्स आए हैं और स्टेट रैंक जो है मेरी वो 7th है। मेरी स्ट्रीम मेडिकल प्लस मैथ्स थी। ਓਕੇ ਨੰਦੀਪ ਕੌਰ ਜੀ, ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਦੋ ਸਟਰੀਮਸ ਨੂੰ ਅੱਗੇ ਲੈ ਕੇ ਇਸ ਮੁਕਾਮ ਤੱਕ ਪਹੁੰਚੇ ਹੋ, ਕਿਉਂਕਿ ਅੱਜ ਕੱਲ ਦੇ ਬੱਚਿਆਂ ਲਈ ਇਹ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਕਿਸੇ ਇੱਕ ਸਟਰੀਮ ਵਿੱਚ ਵੀ ਇੰਨਾ ਅੱਗੇ ਆਣਾ। ਫਿਰ ਤੁਸੀਂ ਦੋ ਸਬਜੈਕਟਸ ਨੂੰ ਇਕੱਠੇ ਲੈ ਕੇ ਚੱਲੇ ਹੋ, ਇਹ ਤਾਂ ਬਹੁਤ ਵੱਡੀ ਗੱਲ ਹੈ ਸਾਡੇ ਧਰਮ ਲਈ ਤੇ ਤੁਹਾਡੇ ਲਈ ਵੀ। ਤੇ ਹੁਣ ਮੈਨੂੰ ਇਹ ਦੱਸੋ ਤੁਹਾਡੀ ਸਕੂਲਿੰਗ ਤੇ ਟਿਊਸ਼ਨਸ ਵਗੈਰਾ ਕਿਤੇ ਰਹੀ ਹੈ, ਕਿਉਂਕਿ ਅੱਜ ਕੱਲ ਤੁਸੀਂ ਦੇਖ ਰਹੇ ਹੋ ਕਿਦਾਂ ਲੋਕਡਾਊਨ ਚੱਲ ਰਿਹਾ ਹੈ ਤੇ ਟਿਊਸ਼ਨਸ ਤੇ ਸਕੂਲਸ ਵੈਸੇ ਬੰਦ ਹੀ ਨੇ, ਤਾਂ ਤੁਸੀਂ ਕਿਦਾਂ ਮੈਨੇਜ ਕੀਤਾ, ਤੁਹਾਡੀ ਸ਼ੁਰੂਆਤ ਕਿਦਾਂ ਦੀ ਰਹੀ? मेरी 10th तक की स्कूलिंग टाइनी हार्ट स्कूल टैंकपुरा से हुई है। उसके बाद 11th 12th के लिए मैंने गवर्नमेंट गर्ल्स हायर सेकेंडरी स्कूल अमीरा कदर से अपनी स्कूलिंग की एंड कोचिंग के लिए मैंने ज्वाइन किया आउटशाइन क्लासेस राजबाग। हाँ, ऑनलाइन पीरियड जो है वो उसको मैंने एज एक अच्छी चीज़ वो मेरे लिए हुई बिकॉज मुझे टाइम मिल गया काफ़ी, मेरा ट्रैवल टाइम उसमें बच गया। थोड़ी ऑनलाइन मुश्किल होती थी, शुरू में काफ़ी मुश्किल हुई बट धीरे धीरे हम उसके रिलेटेड अडेप्ट हो गए और फिर कोई मुश्किल नहीं हुई, फिर सब स्मूथली रन हो गया। अपना एक टाइम टेबल बना लिया था कि कैसे ऑनलाइन क्लासेस को मैनेज करना है, कैसे सेल्फ स्टडी करनी है, तो फिर सब स्मूथली रन हुआ, फिर कोई मुश्किल नहीं हुई बाद में। ਓਕੇ ਕਿਉਂਕਿ ਅੱਜ ਕੱਲ ਦਾ ਮਤਲਬ ਵੈਸੇ ਇੱਕ ਗੱਲ ਤਾਂ ਹੈ ਕਿ ਟਰੈਵਲ ਜਿੱਦਾਂ ਤੁਹਾਡੇ ਆ ਤੁਸੀਂ ਕਹਿ ਰਹੇ ਹੋ ਬਚ ਗਿਆ ਹੈ, ਕਿਉਂਕਿ ਟਿਊਸ਼ਨ ਜਾਣਾ ਸਕੂਲ ਦਾ ਟਾਈਮ ਮੈਨੇਜ ਕਰਨਾ ਇਹ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਸਟੂਡੈਂਟਸ ਲਈ, ਹਰ ਇੱਕ ਚੀਜ਼ ਨੂੰ ਮੈਨੇਜ ਕਰਨਾ। ਬਟ ਚਲੋ ਤੁਹਾਡੇ ਲਈ ਮਤਲਬ ਫਾਇਦੇਮੰਦ ਰਿਹਾ ਹੈ ਕਿਉਂਕਿ ਤੁਸੀਂ ਆਪਣੀ ਪ੍ਰੀਪਰੇਸ਼ਨ ਕੀਤੀ ਹੈ। ਵੈਸੇ ਤੁਹਾਡੀ ਟਿਊਸ਼ਨਸ ਓਪਨ ਸੀਗੀਆਂ, ਤੁਸੀਂ ਜਿਸ ਤਰ੍ਹਾਂ ਕਿਹਾ ਕਿ ਤੁਸੀਂ ਆਊਟਸ਼ਾਈਨ ਤੋਂ ਪੜ੍ਹੇ ਹੋ, ਇਸ ਹਿਸਾਬ ਨਾਲ ਤੁਹਾਡੀ ਟਿਊਸ਼ਨਸ ਵੈਸੇ ਖੁੱਲੀ ਸੀ? 11th में स्टार्टिंग में खुली थी बट फिर जब लॉकडाउन हो गया तो फिर वो भी ऑनलाइन ही सारा शिफ्ट हो गया। 12th में भी पहले 1-2 महीने ऑफलाइन था बट फिर सारा ऑनलाइन ही था। ਓਕੇ ਤੇ ਫਿਰ ਤੁਸੀਂ ਬਾਕੀ YouTube ਵਗੈरह ਦਾ ਵੀ ਮੈਨੂੰ ਲੱਗਦਾ ਹੈਲਪ ਲਈ ਹੋਣੀ ਹੈ ਨਾ? मोस्टली मेरे जो कंसेप्ट्स थे वो सारे पहले मैं अपने टीचर से ही कर लेती थी क्लियर, फिर उसके बाद अगर कहीं थोड़ा बहुत डाउट रह जाता था उसके लिए मैं YouTube को कंसल्ट कर लेती थी। मोस्टली फिजिक्स के लिए करना पड़ता था। ਓਕੇ ਤੇ ਤੁਹਾਡੇ ਲਈ ਮਤਲਬ ਕਿਦਾਂ ਰਿਹਾ ਹੈ ਦੋ ਸਟਰੀਮਸ ਮਤਲਬ ਬਾਇਓ ਤੇ ਮੈਥਸ ਨੂੰ ਇਕੱਠਿਆਂ ਲੈ ਕੇ ਚੱਲਣਾ, ਬੈਲੈਂਸ ਕਿਦਾਂ ਹੋਇਆ, ਮਤਲਬ ਮੈਨੇਜ ਕਿਦਾਂ ਕੀਤਾ ਇਹ ਸਭ?
दो स्ट्रीम्स को बैलेंस करना थोड़ा हेक्टिक हो जाता है, उसके लिए आपको थोड़ा ज़्यादा मेहनत करनी पड़ती है, क्योंकि मैथ्स 11th का ठीक है, 12th का मैथ्स थोड़ा ड्राई है। तो उसके लिए क्या करती थी मैं कि मैं मैथ्स मोस्टली रात को करती थी, क्योंकि दिन में मैं लर्न वगैरह का जो होते हैं सब्जेक्ट, जैसे बाकी हो गया बायोलॉजी वगैरह, वो कर लेती थी। मैथ्स में मोस्टली रात को करती थी, क्योंकि मैं रात को पढ़ पाती थी। एफिशिएंट आवर्स होते थे, जो मेरे प्रोडक्टिव टाइम्स होता था वो रात का होता था मोस्टली, तो मैं मैथ्स तब करती थी। तो मैथ्स में सिर्फ मैं पहले जो हमारे लेक्चर्स हैं वो अच्छे से कर लेती थी, ट्यूशन के लेक्चर्स में देखती थी मैथ्स के, और फिर जो डाउट्स वगैरह होते थे वो मैं यूट्यूब से क्लियर कर लेती थी। उसके बाद मैं एक चैप्टर को कम से कम 2-4 बार अच्छे से प्रैक्टिस कर लेती थी, इससे मेरा कंसेप्ट जो है वो अच्छे से क्लियर हो जाता था। तो फिर धीरे धीरे जो ये सब मैथ्स और बायोलॉजी में ईजिली साइमल्टेनियसली आराम से कर लेती थी, तो फिर मुझे कोई प्रॉब्लम नहीं होती थी। ਜੀ ਜੀ ਤੇ ਤੁਹਾਡਾ ਫੈਮਿਲੀ ਸਪੋਰਟ ਕਿੱਦਾਂ ਦਾ ਰਿਹਾ ਕਿਉਂਕਿ ਬੱਚੇ ਦੀ ਕਾਮਯਾਬੀ ਦੇ ਪਿੱਛੇ ਤਾਂ ਇੱਕ ਫੈਮਿਲੀ ਦਾ ਹੀ ਹੱਥ ਹੁੰਦਾ ਹੈ ਮਤਲਬ ਕਿ ਜਾਂ ਤਾਂ ਪੇਰੈਂਟਸ ਉਹਨੂੰ ਜਾਂ ਤਾਂ ਫੋਰਸ ਕਰਦੇ ਨੇ ਤਾਂ ਜਾਂ ਤਾਂ ਸਪੋਰਟ ਕਰਦੇ ਨੇ ਉਹਦੇ ਸੁਪਨਿਆਂ ਲਈ ਉਹਦੇ ਡ੍ਰੀਮਸ ਲਈ ਤੇ ਕਿੱਦਾਂ ਦਾ ਸਪੋਰਟ ਰਿਹਾ ਘਰਦਿਆਂ ਦੇ ਵੱਲੋਂ ਜਾਂ ਕੋਈ ਫਰੈਂਡਸ ਵਗੈरह ਤੁਹਾਡਾ ਸਪੋਰਟ ਸਿਸਟਮ ਕਿੱਦਾਂ ਦਾ ਸੀ वैसे मेरा फ्रेंड सर्कल बहुत ही रिस्ट्रिक्टेड है, बट मुझे पेरेंट्स का सपोर्ट बहुत रहा शुरू से। जैसे मेरा 10th हुआ तो मेरे पेरेंट्स ने मुझे ओपन चॉइस दी थी कि आप अपनी चॉइस की कोई भी स्ट्रीम ले लीजिए, बट मेरा इंटरेस्ट इस फील्ड में था तो मैंने ये स्ट्रीम ली थी। मेरी मदर का सपोर्ट मेरे लिए बहुत ज़्यादा था, क्योंकि मदर ज़्यादा अटैच थी मेरे साथ, तो वो हमेशा मेरे पास होती थी। कोई भी चीज़ होती थी तो मैं अपनी मदर से इजीली शेयर करती थी, और वो मुझे हमेशा मोटिवेट करती रहती थी कि आप अच्छे से मेहनत करो, आपसे भी हो जाएगा। जब हमारी 12th की प्रिपरेशन बिगिन हुई तो मेरी मम्मा ने मुझे बोला कि आप अपने आप पे विश्वास रखो, अच्छे से जैसे पढ़ रहे हो अच्छे से पढ़ो तो आपका अच्छा रिजल्ट ज़रूर आएगा। तो वो मुझे हमेशा एनकरेज करती थी और मोटिवेट करती रहती थी। पापा का सपोर्ट भी बहुत अच्छा था, वो भी मुझे हमेशा मोटिवेट करते थे, एंड उनका ये होता था कि पहले अकाल पुरख को आप याद रखो, बाकी सब उनके हाथ में है, सब अच्छा हो जाएगा, आप बस मेहनत करते रहो। ਜੀ ਜੀ ਇਹ ਤੇ ਬਹੁਤ ਵੱਡੀ ਗੱਲ ਹੈ ਕਿ ਤੁਹਾਡੇ ਪੇਰੈਂਟਸ ਤੁਹਾਨੂੰ ਇਹ ਵੀ ਸਲਾਹ ਦੇ ਰਹੇ ਨੇ ਕਿ ਤੁਸੀਂ ਆਪਣੇ ਪੰਥ ਨਾਲ ਜੁੜੇ ਰਹੋ ਤੇ ਆਪਣੇ ਅਕਾਲ ਪੁਰਖ ਤੇ ਭਰੋਸਾ ਰੱਖੋ ਇਹ ਬਹੁਤ ਵੱਡੀ ਗੱਲ ਹੈ ਸਾਡੇ ਬੱਚਿਆਂ ਲਈ ਅੱਜਕੱਲ ਦੇ ਕਿਉਂਕਿ ਜਿੱਦਾਂ ਅਸੀਂ ਵੇਖ ਰਹੇ ਹਾਂ ਕਿ ਉਹ ਦੁਨਿਆਵੀ ਵਿੱਦਿਆ ਨੂੰ ਜ਼ਿਆਦਾ ਟਾਈਮ ਦੇ ਰਹੇ ਨੇ ਤੇ ਜਿੱਦਾਂ ਸਾਡੇ ਧਾਰਮਿਕ ਵਿੱਦਿਆ ਹੈ ਉਹਨੂੰ ਬਹੁਤ ਹੀ ਘੱਟ ਟਾਈਮ ਮਿਲ ਰਿਹਾ ਹੈ ਪਰਿਵਾਰ ਵੱਲੋਂ ਇਹ ਸਪੋਰਟ ਹੋਣਾ ਬਹੁਤ ਵੱਡੀ ਗੱਲ ਹੈ ਤੁਹਾਡੇ ਲਈ ਤੇ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਤੁਹਾਡੀ ਕਨਸੈਂਟਰੇਸ਼ਨ ਮਤਲਬ ਕਿੱਦਾਂ ਬਣੀ ਫੋਕਸਡ ਕਿੱਦਾਂ ਰਹਿ ਸਕਦੇ ਹੋ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਪਤਾ ਲੱਗੇ मेरा टाइम टेबल थोड़ा स्ट्रिक्ट था, बिकॉज मेरी स्ट्रीम थी वो मेडिकल प्लस मैथ्स थी। एक चीज़ है, हमको कंपटीशन बहुत है आजकल की सोसाइटी में, बिकॉज स्टूडेंट्स बहुत अच्छा स्कोर करते हैं, तो हमें हार्ड वर्क बहुत ज़्यादा करना पड़ता है इस चीज़ के लिए। जैसे कि मेरा जो टाइम टेबल था, मैं मॉर्निंग में सुबह नहीं उठ पाती थी पढ़ने के लिए, तो मैं क्या करती थी, मैं मोस्टली रात को देर तक पढ़ती थी, 2-3 बजे तक मैं रात को पढ़ती थी। बट मैं ऐसा पढ़ती थी कि मैं ब्रेक्स लेकर पढ़ती थी और शॉर्ट पीरियड्स बनाती थी, अपने एक शॉर्ट गोल सेट करती थी, उसके रिलेटेड में पढ़ती थी। बट मैं जो भी घंटा पढ़ती थी, जैसे मैंने एक दिन में अगर 6 ही घंटे पढ़ा या 4 ही घंटे पढ़ा, तो मैं उसको एफिशिएंटली पढ़ती थी। ऐसा नहीं कि पढ़ रही हूँ और साथ में कुछ और काम भी कर रही हूँ। जब मैं पढ़ती थी तो सिर्फ मैं तब पढ़ ही रही होती थी, मैं फोकस सिर्फ तब बुक्स के रिलेटेड होती थी और मेरा फोकस कहीं और नहीं होता था। तो इससे मैं इजीली मेरा जो गोल होता था मैं डे वाइज गोल सेट करती थी, वो इजीली सारा कवर हो जाता था। तो यही मेरी स्ट्रैटेजी यही थी। ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੱਚਿਆਂ ਨੂੰ ਇਹ ਟਿਪਸ ਦਿੱਤੀ ਕਿਉਂਕਿ ਅੱਜਕੱਲ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਨਸੈਂਟਰੇਟ ਕਰਨਾ ਕਿਉਂਕਿ ਡਿਸਟਰੈਕਸ਼ਨਸ ਬਹੁਤ ਆ ਗਈਆਂ ਨੇ ਸਾਡੇ ਕੋਲ ਫੋਨਸ ਨੇ ਸਾਡੇ ਕੋਲ ਟੈਲੀਵਿਜ਼ਨਸ ਵਗੈਰਾ ਨੇ ਜੋ ਕਿ ਬੱਚਿਆਂ ਨੂੰ ਕਾਫੀ ਡਿਸਟਰੈਕਟ ਕਰ ਰਹੇ ਨੇ ਚੀਜ਼ਾਂ ਤੋਂ ਐਸੀ ਗੱਲ ਨਹੀਂ ਹੈ ਕਿ ਤੁਸੀਂ ਸੋਸ਼ਲ ਮੀਡੀਆ ਦਾ ਸਹੀ ਯੂਜ਼ ਨਹੀਂ ਕਰ ਸਕਦੇ ਪਰ ਸਾਡੇ ਬੱਚਿਆਂ ਨੂੰ ਇਸ ਦੀ ਨੌਲੇਜ ਬਹੁਤ ਘੱਟ ਹੈ ਕਿ ਕਿੱਦਾਂ ਤੁਸੀਂ ਯੂਜ਼ ਕਰਨਾ ਹੈ ਉਹਨੂੰ ਸਹੀ ਤਰੀਕੇ ਨਾਲ ਤੇ ਕਿਉਂਕਿ ਉਹ ਡਿਸਟਰੈਕਸ਼ਨ ਦੀ ਵਜ੍ਹਾ ਬਣ ਜਾਂਦੀ ਹੈ ਬੱਚਿਆਂ ਲਈ ਅੱਜਕੱਲ ਦੇ ਫੋਨਸ ਵਗੈਰਾ ਤੇ ਇਹ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਆਪਣਾ ਸ਼ਡਿਊਲ ਇੰਨਾ ਸਟ੍ਰਿਕਟ ਰੱਖਿਆ ਹੈ ਕਿ ਅੱਜ ਤੁਸੀਂ ਜਿਸ ਮੁਕਾਮ ਤੱਕ ਪਹੁੰਚੇ ਹੋ ਇਸ ਵਿੱਚ ਕਾਫੀ ਹੈਲਪ ਹੋ ਗਈ ਹੈ ਤੁਹਾਡੀ ਤੇ ਮੈਨੂੰ ਇਹ ਗੱਲ ਦੱਸੋ ਕਿ ਤੁਹਾਡੀ ਸਟਰੀਮ ਜਿੱਦਾਂ ਬਾਇਓ ਤੇ ਮੈਥਸ ਹੈ ਨਾ ਦੋਨੋਂ ਰਹੀਆਂ ਨੇ ਤੇ ਅੱਗੇ ਦਾ ਮਤਲਬ ਤੁਹਾਡਾ ਕੀ ਹੈ ਤੁਸੀਂ ਕੀ ਕਰਨਾ ਹੈ ਡ੍ਰੀਮ ਲਾਈਕ ਕੀ ਸੋਚਿਆ है ਅੱਗੇ ਦਾ मैं फिलहाल एंट्रेंस नीट के लिए प्रिपेयर कर रही हूँ, मेडिकल एग्जाम के लिए मैं प्रिपेयर कर रही हूँ। ਜੀ ਜੀ ਤੇ ਸਾਡਾ ਸਪੋਰਟ ਤੁਹਾਡੇ ਨਾਲ ਰਹੇਗਾ ਜੀ ਹੁਣ ਇੱਕ ਆਖਰੀ ਸਵਾਲ ਤੁਹਾਡੇ ਤੋਂ ਪੁੱਛਾਂਗੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਹੁਣ ਸਾਡੀ सोसाइटी ਸਾਡੇ ਧਰਮ ਜਾਂ ਸਾਰੇ ਬੱਚਿਆਂ ਨੂੰ ਕੀ ਮੈਸੇਜ देना चाहोगे मेरा मैसेज यही होगा कि सबसे पहले हमें अकाल पुरख को याद रखना चाहिए, उसके बाद एक चीज़ कि आप अपना गोल सेट कर लीजिए और उसके रिलेटेड आप बिल्कुल फोकस्ड रहिए, आप बिल्कुल मेहनत कीजिए और आपको ज़रूर कामयाबी मिलेगी। कोई भी चीज़ मुश्किल नहीं होती है, बट मेहनत पे डिपेंड करता है। एवरेज स्टूडेंट और टॉपर स्टूडेंट में सिर्फ यही फ़र्क होता है कि वो मेहनत ज़्यादा करता है और आप मेहनत कम करते हो। आप मेहनत कीजिए खूब, आपकी मेहनत का फल आपको ज़रूर मिलेगा।
ਹਾਂਜੀ, ਇਹ ਗੱਲ ਤਾਂ ਹੈ ਕਿ ਸਾਡੇ ਬੱਚਿਆਂ ਨੂੰ ਇਹ ਕਨਸੈਪਟ ਹੁੰਦਾ ਹੈ ਕਿ ਉਹ ਜ਼ਿਆਦਾ ਕਰ ਰਿਹਾ ਹੈ ਤੇ ਮੈਂ ਨਹੀਂ ਕਰ ਸਕਦਾ। ਇਹਦਾ ਦੀ ਕੋਈ ਗੱਲ ਨਹੀਂ ਹੈ। ਹਰ ਇੱਕ ਬੱਚੇ ਦਾ ਦਿਮਾਗ ਬਰਾਬਰ ਹੈ ਤੇ ਹਰ ਇੱਕ ਬੱਚਾ ਹਰ ਇੱਕ ਚੀਜ਼ ਅਚੀਵ ਕਰ ਸਕਦਾ ਹੈ, ਜਸਟ ਕਿ ਉਹ ਫੋਕਸ ਰਵੇ ਉਸ ਚੀਜ਼ ਤੇ ਉਹ ਆਪਣੀ ਚੀਜ਼ ਨੂੰ ਮਨੋ ਕਰੇ। ਤੇ ਨੈਨਦੀਪ ਕੌਰ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ। ਸਾਨੂੰ ਬਹੁਤ ਚੰਗਾ ਲੱਗਿਆ ਹੈ ਤੇ ਅਸੀਂ ਬਹੁਤ ਮਾਣ ਹੈ ਸਾਨੂੰ ਤੁਹਾਡੇ ਤੇ ਕਿ ਤੁਸੀਂ ਇੰਨਾ ਚੰਗੇ ਸਕੋਰਸ ਨਾਲ ਪਾਸ ਕੀਤਾ ਹੈ 12। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਇਹ ਸਨ ਨੈਨਦੀਪ ਕੌਰ ਜਿਨ੍ਹਾਂ ਦੇ ਵਿਚਾਰ ਆਪ ਸਭ ਨੇ ਸੁਣੇ ਹਨ। ਤੇ ਇਹੋ ਜਿਹੀ ਵੀਡੀਓਜ਼ ਹੋਰ ਵੇਖਣ ਲਈ ਸਾਡੇ ਵਿਰਸਾ ਚੈਨਲ ਨਾਲ ਜੁੜੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੋਰ ਜਾਣਕਾਰੀਆਂ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਤੇ ਫੇਸਬੁੱਕ ਤੇ ਫੋਲੋ ਕਰੋ। ਇਸੇ ਦੇ ਨਾਲ ਨਵਦੀਪ ਕੌਰ ਨੂੰ ਦਿਓ ਇਜਾਜ਼ਤ। ਹੁਣ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ ਇੱਕ ਨਈ ਵੀਡੀਓ ਤੇ ਇੱਕ ਨਏ ਮਹਿਮਾਨ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।